कोरोना वायरस करके स्कूल ਜਿਹੜੇ ਆ ਸਾਰੇ ਬੰਦ ਕੀਤੇ ਹੋਏ ਆ। ਪੰਜਾਬ ਸਰਕਾਰ ਨੇ ਫੈਸਲਾ ਜਿਹੜਾ ਹੈ ਰੱਖਿਆ ਕਿ ਸਕੂਲ ਜਿਹੜੇ ਆ ਬੰਦ ਕੀਤੇ ਜਾਣਗੇ ਜਦ ਤੱਕ ਇਹ ਮਹਾਮਾਰੀ ਖਤਮ ਨਹੀਂ ਹੁੰਦੀ, ਸਕੂਲ ਨਹੀਂ ਖੋਲੇ ਜਾਣਗੇ। ਤਾਂ ਇੱਕ ਵੱਡਾ ਇਸ਼ੂ ਜਿਹੜਾ ਸਕੂਲ ਦਾ ਇਸ ਵਕਤ ਚੱਲਦਾ ਪਿਆ, ਮਾਨਯੋਗ ਹਾਈ ਕੋਰਟ ਦੇ ਵਿੱਚ ਵੀ ਫੀਸਾਂ ਨੂੰ ਲੈ ਕੇ ਇੱਕ ਵੱਡਾ ਮਸਲਾ ਛਿੜਿਆ ਹੋਇਆ। ਇਸ ਮਸਲੇ ਨੂੰ ਜੇਕਰ ਦੇਖਿਆ ਜਾਵੇ ਤਾਂ ਸਰਕਾਰ ਬੱਚਿਆਂ ਦੇ ਮਾਪਿਆਂ ਨਾਲ ਹੈ, ਪਰ ਦੂਜੇ ਪਾਸੇ ਸਕੂਲ ਜਿਹੜੇ ਹੈਗੇ ਉਹ ਵੀ ਚੈਲੰਜ ਕਰ ਰਹੇ ਕਿ ਅਸੀਂ ਫੀਸ ਲਵਾਂਗੇ। ਇੱਕ ਵੱਡਾ ਇਸ਼ੂ ਹੈ, ਪਰ ਇਸ ਸਾਰੇ ਇਸ਼ੂ ਦੇ ਦੌਰਾਨ ਇੱਕ ਬਠਿੰਡਾ ਤੋਂ ਮਿਸਾਲ ਕਾਇਮ ਕੀਤੀ ਹੈ। ਬਠਿੰਡਾ ਦੇ ਛਾਉਣੀ ਦੇ ਵਿੱਚ ਕੇਂਦਰੀ ਵਿਦਿਆਲਿਆ ਦੇ ਵਿੱਚ ਲੈਕਚਰਰ ਨੇ ਸੰਜੀਵ ਕੁਮਾਰ, ਉਹਨਾਂ ਨੇ ਲੋਕਡਾਊਨ ਦੇ ਕੁਝ ਦਿਨਾਂ ਬਾਅਦ ਹੀ ਆਨਲਾਈਨ ਕਲਾਸਿਸ ਸ਼ੁਰੂ ਕਰਨ ਦਾ ਫੈਸਲਾ ਕੀਤਾ ਸੀ। ਤਾਂ 50 ਬੱਚੇ ਉਹਨਾਂ ਦੇ ਨਾਲ ਜੁੜੇ ਸੀ, ਪਰ ਹੁਣ ਇਹ ਹੈ ਕਿ ਇਹ ਜਿਹੜਾ ਮਿਸ਼ਨ ਸੀ ਉਹਨਾਂ ਦਾ ਲਗਾਤਾਰ ਕਾਮਯਾਬੀ ਮਿਲੀ ਹੈ। ਤਾਂ ਬੱਚਿਆਂ ਨੂੰ ਫ੍ਰੀ ਆਨਲਾਈਨ ਕਲਾਸਾਂ ਦੇ ਰਹੇ ਨੇ, ਮੈਥ ਪੜ੍ਹਾ ਰਹੇ ਨੇ। ਤੁਹਾਨੂੰ ਮਿਲਵਾਉਂਦੇ ਹਾਂ ਸੰਜੀਵ ਜੀ ਨਾਲ, ਜਿਹੜੇ ਬਠਿੰਡਾ ਦੇ ਬੀਬੀ ਵਾਲਾ ਚੌਂਕ ਦੇ ਇਲਾਕੇ ਦੇ ਰਹਿਣ ਵਾਲੇ ਨੇ, ਜਿਹੜੇ ਲਗਾਤਾਰ ਕਰੋਨਾ ਵਾਇਰਸ ਦੇ ਦੌਰਾਨ ਬੱਚਿਆਂ ਨੂੰ ਫ੍ਰੀ ਐਜੂਕੇਸ਼ਨ ਦੇ ਰਹੇ ਹੈ। ਆਨਲਾਈਨ ਜ਼ੂਮ ਐਪ ਦੇ ਜ਼ਰੀਏ ਉਹਨਾਂ ਨੂੰ ਪੜ੍ਹਾਇਆ ਜਾ ਰਿਹਾ ਤੇ ਕਈ ਸਟੇਟ, ਪੰਜਾਬ ਦੇ ਨਾਲ ਦੂਜੀ ਸਟੇਟਾਂ ਦੇ ਬੱਚੇ ਵੀ ਹੁਣ ਉਹਨਾਂ ਦੇ ਨਾਲ ਜੁੜਦੇ ਜਾ ਰਹੇ। ਸੰਜੀਵ ਜੀ, ਤੁਹਾਡਾ ਡੇਲੀ ਪੋਸਟ ਸਵਾਗਤ ਹੈ ਜੀ। ਸਭ ਤੋਂ ਪਹਿਲਾਂ ਸਾਨੂੰ ਇਹ ਦੱਸੋ, ਇਹ ਤੁਹਾਡੇ ਮਨ 'ਚ ਕਿੱਦਾਂ ਆਇਆ ਕਿ ਆਨਲਾਈਨ ਕਲਾਸ ਜਿਹੜੀ ਹੈ ਉਹ ਸ਼ੁਰੂ ਕੀਤੀ ਜਾਵੇ? ਬਿਲਕੁਲ ਜੀ, ਜਿਵੇਂ ਹੀ ਲੋਕਡਾਊਨ ਸ਼ੁਰੂ ਹੋਇਆ ਤਾਂ ਕਈ ਪ੍ਰਾਈਵੇਟ ਪੋਰਟਲ ਨੇ ਇਹ ਚੀਜ਼ਾਂ ਸ਼ੁਰੂ ਕਰਤੀਆਂ ਵੀ ਅਸੀਂ ਕਲਾਸਾਂ ਸ਼ੁਰੂ ਕਰਾਂਗੇ, ਪਰ ਉਹਨਾਂ ਦੀਆਂ ਫੀਸਾਂ ਇੰਨੀਆਂ ਜ਼ਿਆਦਾ ਸੀ ਵੀ ਹਰ ਇੱਕ ਜਾਂ ਮੱਧ ਵਰਗੀ ਪਰਿਵਾਰ ਦਾ ਬੱਚਾ ਨਹੀਂ ਅਫੋਰਡ ਕਰ ਸਕਦਾ ਸੀ। 19 ਤਰੀਕ ਨੂੰ ਲੋਕਡਾਊਨ ਦਾ ਜਦੋਂ ਇਹ ਮੈਸੇਜ ਆਇਆ ਤਾਂ ਮੈਂ ਕੋਸ਼ਿਸ਼ ਕੀਤੀ ਤੇ 15 ਕੁ ਦਿਨ ਲੱਗੇ ਮੈਨੂੰ ਇਸ ਚੀਜ਼ ਤੇ ਕਰਨ ਦੇ ਲਈ, ਤੇ ਅਸੀਂ ਲਗਭਗ 1 ਅਪ੍ਰੈਲ ਨੂੰ ਇਹ ਕਲਾਸ ਸ਼ੁਰੂ ਕਰਤੀ ਸੀ। ਹਾਂ, ਕਿਉਂ ਆਇਆ? ਕਿਉਂਕਿ ਮੈਂ ਦੇਖ ਰਿਹਾ ਸੀਗਾ ਵੀ ਇਹ ਹੁਣ ਲੰਬਾ ਚੱਲੂਗਾ ਤੇ ਇਹਦਾ ਸਬਸਟੀਟਿਊਟ ਬਾਹਰਲੇ ਮੁਲਕਾਂ ਦੇ ਵਿੱਚ ਸੀਗਾ ਆਨਲਾਈਨ ਕਲਾਸਿਸ ਦਾ, ਆਪਣੇ ਦੇਸ਼ 'ਚ ਨਹੀਂ ਸੀਗਾ ਪਰ ਬਾਹਰਲੇ ਮੁਲਕਾਂ ਦੇ ਵਿੱਚ ਸੀਗਾ। ਉੱਥੋਂ ਇੰਸਪਾਇਰ ਹੋ ਕੇ ਮੈਨੂੰ ਇਹ ਲੱਗਿਆ ਵੀ ਆਪਾਂ ਨੂੰ ਵੀ ਕੁਝ ਕਰਨਾ ਚਾਹੀਦਾ ਇਸ ਫੀਲਡ ਦੇ ਵਿੱਚ। ਸਟਾਰਟਿੰਗ ਦੇ ਵੀ ਜਦੋਂ ਤੁਸੀਂ ਸਟਾਰਟ ਕੀਤਾ ਇਹ 50 ਬੱਚੇ ਸੀ, ਹੁਣ ਟੋਟਲ ਕਿੰਨੇ ਬੱਚੇ ਤੁਹਾਡੇ ਨਾਲ ਆਨਲਾਈਨ ਸਟੱਡੀ ਲੈ? ਹੁਣ ਸਾਡੇ ਕੋਲੇ 1800 ਬੱਚਾ ਲਗਭਗ ਹੋ ਚੁੱਕਾ ਜਿਹੜਾ ਸਾਡੇ ਨਾਲ ਅਟੈਚਡ ਹੈ। ਕੁਝ ਬੱਚਿਆਂ ਨੂੰ ਨੈੱਟ ਦੀ ਸਮੱਸਿਆ, ਜਿਹੜੀ ਸਾਡੇ ਦੇਸ਼ ਦੇ ਵਿੱਚ ਵੱਡੀ ਸਮੱਸਿਆ, ਉਸ ਕਰਕੇ ਉਹਦੇ ਵਿੱਚੋਂ 300 ਬੱਚਾ ਜਿਹੜਾ ਸਾਡੇ ਨਾਲ ਰੈਗੂਲਰ ਨਹੀਂਗਾ, ਬਟ ਉਹਨਾਂ ਨੇ ਸਾਡੇ ਪੋਰਟਲ ਤੇ ਰਜਿਸਟਰਡ ਕੀਤਾ। ਬਟ 1500 ਬੱਚਾ ਸਾਡੇ ਨਾਲ ਰੈਗੂਲਰ ਤੌਰ ਤੇ ਕਲਾਸਿਸ ਲੈ ਰਿਹਾ। ਸਾਡੀਆਂ ਟੋਟਲ 8 ਕਲਾਸਾਂ ਲੱਗਦੀਆਂ ਜੀ। 8ਵੀਂ ਕਲਾਸ ਤੋਂ ਲੈ ਕੇ ਅਸੀਂ ਈਵਨ NTSC ਦੀ ਵੀ ਤਿਆਰੀ ਕਰਵਾ ਰਹੇ ਹਾਂ। ਦੇ ਵਿੱਚ ਵੱਡਾ ਇਸ਼ੂ ਚੱਲਦਾ ਪਿਆ, ਤੁਸੀਂ ਸੁਣਿਆ ਵੀ ਹੋਣਾ ਕਿਉਂਕਿ ਵੱਡਾ ਚਰਚਾ ਦਾ ਵਿਸ਼ਾ ਬਣਿਆ। ਸਕੂਲ ਕਹਿ ਰਹੇ ਕਿ ਫੀਸਾਂ ਭਰੋ, ਮਾਪੇ ਕਹਿ ਰਹੇ ਅਸੀਂ ਫੀਸ ਨਹੀਂ ਭਰਨੀ, ਸਕੂਲ ਬੰਦ ਹੈ, ਤੇ ਤੁਸੀਂ ਇੱਕ ਸੇਵਾ ਕਰ ਰਹੇ ਹੋ। ਇਹ ਜਦੋਂ ਸ਼ੁਰੂ ਕੀਤਾ ਸੀ ਤੁਹਾਨੂੰ ਲੱਗਦਾ ਸੀ ਕਿ ਕਾਮਯਾਬੀ ਮਿਲੂਗੀ ਇਹਦੇ 'ਚ? ਨਹੀਂ ਜੀ, ਨਹੀਂ ਸੋਚਿਆ ਸੀਗਾ, ਕਿਉਂਕਿ ਜਦੋਂ ਵੀ ਆਪਾਂ ਕੋਈ ਕੰਮ ਸ਼ੁਰੂ ਕਰਦੇ ਆਪਣੇ ਮਨ 'ਚ ਡਰ ਜ਼ਿਆਦਾ ਹੁੰਦਾ, ਪਰ ਇਹ ਲੱਗਦਾ ਸੀ ਵੀ ਕਿ ਨਵੀਂ ਚੀਜ਼ ਕਰ ਰਹੇ ਹਾਂ ਤਾਂ ਸ਼ਾਇਦ ਸਮਾਜ ਇਹਨੂੰ ਅਸੈਪਟ ਕਰੂਗਾ। ਤੇ ਚੈਲੰਜ ਵੀ ਬਹੁਤ ਹੈ। ਜਿਹੜੀ ਆਨਲਾਈਨ ਸਟੱਡੀ ਇਹਦੇ ਵਿੱਚ ਸਾਈਬਰ ਸਿਕਿਉਰਿਟੀ ਇੱਕ ਐਡਾ ਇਸ਼ੂ ਹੈ ਜਿਹਦਾ ਸਾਨੂੰ ਹਜੇ ਤੱਕ ਪਤਾ ਨਹੀਂ। ਚੈਲੰਜ ਵੀ ਬਹੁਤ ਸੀ, ਪਰ ਜਿਵੇਂ ਜਿਵੇਂ ਕਲਾਸ ਸਕਸੈਸਫੁਲੀ ਚੱਲਦੀਆਂ ਗਈਆਂ, ਬੱਚੇ ਐਡ ਹੁੰਦੇ ਗਏ ਤਾਂ ਹੌਸਲਾ ਵੱਧਦਾ ਗਿਆ। ਹੁਣ ਇਹ ਲੱਗਦਾ ਹੈ ਵੀ ਇਹ ਐਡਾ ਸੌਖਾ ਹੈ ਵੀ ਇਹਨੂੰ ਕੋਈ ਵੀ ਸ਼ੁਰੂ ਕਰ ਸਕਦਾ, ਪਰ ਇਹਦੇ ਵਿੱਚ ਥੋੜ੍ਹੀ ਜਿਹੀ ਇਨਵੈਸਟਮੈਂਟ ਦੀ ਜ਼ਰੂਰਤ ਹੈ। ਟੋਟਲੀ ਫ੍ਰੀ ਆਫ ਕਾਸਟ ਇਹ ਕੰਮ ਨਹੀਂ ਕੀਤਾ ਜਾ ਸਕਦਾ। ਇਹ ਕਿੰਨੇ ਕੁ ਹੁਣ ਤੁਹਾਡੇ ਨਾਲ ਜਿਹੜੇ 1800 ਦੇ ਕਰੀਬ ਬੱਚਾ ਹੈਗਾ, ਤੇ ਇਹ ਜਿਹੜਾ ਪ੍ਰੋਜੈਕਟ ਤੁਸੀਂ ਤਿਆਰ ਕੀਤਾ, ਸਾਰਾ ਸੈਟਅਪ ਲਾਇਆ, ਕਿੰਨਾ ਖਰਚੇ ਦੇ ਤੇ ਆ ਚੁੱਕਿਆ ਹੁਣ? ਕਿਉਂਕਿ 3 ਮਹੀਨੇ ਲੋਕਡਾਊਨ ਦੇ ਜਿਹੜੇ ਟੱਪ ਚੁੱਕੇ ਆ, ਹੁਣ ਅੱਗੇ ਵੀ ਜਿਹੜੇ ਉਮੀਦ ਨਹੀਂ ਹੈ ਸਕੂਲ ਜਲਦੀ ਖੁੱਲ੍ਹ ਜਾਣਗੇ। ਕਿੰਨਾ ਖਰਚਾ ਤੁਸੀਂ ਪੱਲੋਂ ਕਰ ਚੁੱਕੇ? ਬਿਲਕੁਲ, ਇਹਦੇ ਵਿੱਚ ਇਹ ਹੁੰਦਾ ਜੀ, ਜਿਹੜੀ ਜ਼ੂਮ ਐਪ ਹੈ ਇਹਦਾ ਫ੍ਰੀ ਵਰਜ਼ਨ ਵੀ ਹੈ, ਪਰ ਉਹ ਸਿਰਫ 100 ਬੱਚਿਆਂ ਦੇ ਲਈ ਹੈ। ਜਦੋਂ ਤੁਸੀਂ 100 ਤੋਂ ਅੱਗੇ ਜਾਣਾ ਤਾਂ ਫਿਰ ਇਹਦੇ ਸਾਰੇ ਵਰਜ਼ਨ ਪੇਡ ਹੈ। ਉਹ ਪੇਡ ਵਰਜ਼ਨ ਦੇ ਵਿੱਚ ਇਹ $200 ਤੱਕ ਪਰ ਮੰਥ ਚਾਰਜ ਕਰਦੇ ਆ। ਉਸ ਤੋਂ ਇਲਾਵਾ ਨੈੱਟ ਦਾ ਖਰਚਾ, ਤੁਸੀਂ ਜੇ ਇੱਕ ਵਧੀਆ ਸਪੀਡ ਦੇ ਨਾਲ ਨੈੱਟ ਚਲਾਉਣਾ ਤਾਂ ਨੈੱਟ ਦਾ ਵੀ ਖਰਚਾ ਆ ਜਾਂਦਾ। ਤਾਂ ਤਕਰੀਬਨ 15,000 ਰੁਪਏ ਪਰ ਮੰਥ ਦਾ ਇਹਦੇ ਵਿੱਚ ਇਨਵੈਸਟਮੈਂਟ ਹੈ। ਤੇ ਤੁਸੀਂ ਆਪਣੀ ਜੌਬ ਵੀ ਸਕੂਲ ਜਾ ਰਹੇ ਹੋਵੋਗੇ, ਕਿਉਂਕਿ ਹੁਣ ਜਿਹੜੇ ਸਕੂਲ 'ਚ ਸਟਾਫ ਜਾਣਾ ਸ਼ੁਰੂ ਹੋ ਗਿਆ, ਇਹ ਟਾਈਮ ਫਿਰ ਕਿੰਨਾ ਟਾਈਮ ਰੱਖਿਆ, ਕਿਸ ਟਾਈਮ ਦੇ ਉੱਤੇ ਤੁਸੀਂ ਸ਼ੁਰੂ ਕਰੇ? ਬਿਲਕੁਲ ਜੀ, ਜਦੋਂ ਅਸੀਂ ਸਕੂਲ ਨਹੀਂ ਜਾ ਰਹੇ ਸੀਗੇ ਉਸ ਟਾਈਮ ਇਹ ਸਵੇਰ ਵੇਲੇ ਵੀ ਸੀ ਕਲਾਸਿਸ, ਸ਼ਾਮ ਵੇਲੇ ਵੀ ਸੀਗੀਆਂ। ਪਰ ਜਦੋਂ ਮੇਰੇ ਸਕੂਲ ਓਪਨ ਹੋ ਗਏ, ਹੁਣ ਅਸੀਂ 8 ਤੋਂ ਲੈ ਕੇ 2 ਵਜੇ ਤੱਕ ਤਾਂ ਆਪਦੇ ਸਕੂਲ ਦੀਆਂ ਰੈਗੂਲਰ ਕਲਾਸਿਸ ਲੈਂਦੇ ਹਾਂ। ਜਿਹੜੇ ਬੱਚੇ ਮੇਰੇ ਨਾਲ ਰੈਗੂਲਰ 'ਤੇ ਪੜ੍ਹਦੇ ਆ, 4 ਤੋਂ ਲੈ ਕੇ 7 ਵਜੇ ਤੱਕ ਹੁਣ ਮੈਂ ਉਹ ਕਲਾਸਿਸ ਲੈਣਾ ਜਿਹਨੂੰ ਤੁਸੀਂ ਸੇਵਾ ਕਹਿ ਰਹੇ ਹੋ, ਵੀ ਸਾਰੇ ਇੰਡੀਆ ਦੇ ਬੱਚੇ ਮੇਰੇ ਨਾਲ ਅਟੈਚ ਹੁੰਦੇ ਆ। ਕਿਹੜੀ ਸਟੇਟ ਤੋਂ ਜਿਹੜੇ ਆ ਸਟੂਡੈਂਟ ਜੁੜੇ ਹੋਏ ਆ ਤੇ ਕੀ ਪੜ੍ਹਾਉਂਦੇ ਉਹਨਾਂ ਨੂੰ? ਮੈਂ ਸਿਰਫ ਮੈਥਮੈਟਿਕਸ ਪੜ੍ਹਾ ਰਿਹਾ ਜੀ, 8ਵੀਂ ਕਲਾਸ ਤੋਂ ਲੈ ਕੇ 12ਵੀਂ ਤੱਕ, ਤੇ ਇੱਕ NTSC ਦਾ ਬੈਚ ਲੈ ਰਿਹਾਗਾ। ਸਟੇਟਾਂ ਤਾਂ ਹੁਣ ਲਗਭਗ ਸਾਰੀਆਂ ਕਵਰ ਅਪ ਹੋ ਚੁੱਕੀਆਂ ਜੀ, ਬਟ ਥੋੜ੍ਹਾ ਜਿਹਾ ਸਾਊਥ ਸਾਈਡ ਦੇ ਵਿੱਚ ਜੇ ਮੈਂ ਕਹਾਂ ਤਾਮਿਲਨਾਡੂ, ਕਰਨਾਟਕਾ, ਇੱਥੋਂ ਦੇ ਬੱਚੇ ਘੱਟ ਹੈ। ਬਾਕੀ ਅਦਰਵਾਈਜ਼ ਗੁਜਰਾਤ ਤੱਕ ਦੇ ਬੱਚੇ ਤਾਂ ਕਾਮਨ ਮਿਲ ਜਾਂਦੇ। ਈਵਨ ਹੁਣ ਸਾਡੇ ਕੋਲੇ, ਕਿਉਂਕਿ ਸਾਡੇ ਕੋਲੇ ਕੋਈ ਜਰੀਆ ਨਹੀਂ ਲੋਕਾਂ ਤੱਕ ਪਹੁੰਚਣ ਦਾ, ਤਾਂ ਜਿਹੜੀ ਮਾਊਥ ਪਬਲਿਸਿਟੀ ਉਹੀ ਜਾ ਰਹੀ ਹੈ। ਤਾਂ ਜਿਵੇਂ ਜਿਵੇਂ ਇੱਕ ਸਕੂਲ 'ਚ ਕੋਈ ਇੱਕ ਬੱਚਾ ਅਟੈਚ ਹੋ ਜਾਂਦਾ ਤਾਂ ਫਿਰ ਉਹ ਆਪਦੇ ਦੋਸਤਾਂ ਨੂੰ ਦੱਸ ਦਿੰਦਾ ਵੀ ਇਸ ਤਰ੍ਹਾਂ ਨਾਲ ਫ੍ਰੀ ਕਲਾਸ ਚੱਲਦੀ ਹੈ, ਤਾਂ ਉਹ ਸਾਡੇ ਨਾਲ ਅਟੈਚ ਹੋਈ ਜਾਂਦੇ ਹੈਗੇ। ਤਾਂ ਲਗਭਗ ਜਿਵੇਂ ਕਹਾਂ 15 ਸਟੇਟਾਂ ਦੇ ਬੱਚੇ ਸਾਡੇ ਕੋਲੇ ਹੁਣ ਇਸ ਟਾਈਮ ਹੈ। ਤੁਹਾਡੇ ਮਨ 'ਚ ਇਹ ਨਹੀਂ ਹੈ ਕਿ ਤੁਸੀਂ ਗਵਰਨਮੈਂਟ ਜੌਬ ਤੇ ਹੈਗੇ ਹੋ, ਡਿਊਟੀ ਤੁਹਾਡੀ, ਚਲੋ ਹੁਣ ਸਕੂਲ ਜਾਣ ਲੱਗੇ ਹੋ, ਵੀ ਆਪਾਂ ਇਹ ਪੰਗਾ ਕਿਉਂ ਲਈਏ?
ਨਹੀਂ ਜੀ, ਇਸ ਤਰ੍ਹਾਂ ਤਾਂ ਖੈਰ ਨਹੀਂ ਆਇਆ। ਇੱਕ ਨਵਾਂ ਜਿਹਾ ਸਿੱਖਣ ਦੀ ਚਾਹ ਸੀਗੀ ਵੀ ਚਲੋ, ਕਿਉਂਕਿ ਇਹ ਫਿਊਚਰ ਹੈ। ਮੈਨੂੰ ਐਂ ਲੱਗਦਾ, ਤੇ ਸਾਡੇ ਗਵਰਨਮੈਂਟ ਟੀਚਰਾਂ ਤੇ ਇੱਕ ਵੱਡਾ ਇਲਜ਼ਾਮ ਰਹਿੰਦਾ ਵੀ ਅਸੀਂ ਤਨਖਾਹਾਂ ਲੈਣ ਵਾਲੇ ਹਾਂ, ਕੁਛ ਐਡਵੈਂਚਰ ਜਾਂ ਕੁਛ ਨਵਾਂ ਨਹੀਂ ਕਰ ਸਕਦੇ। ਤਾਂ ਇੱਕ ਚੈਲੰਜ ਤਾਂ ਉਹ ਮਨ 'ਚ ਲੈ ਕੇ ਚੱਲਿਆ ਸੀ। ਦੂਸਰੀ ਚੀਜ਼ ਇਹ ਸੀ ਕਿ ਪਤਾ ਸੀ ਕਿ ਬਹੁਤ ਲੰਬਾ ਸਮਾਂ ਘਰ ਰਹਿਣਾ, ਤੇ ਸਾਡੇ ਟੀਚਰਸ ਕੋਲੇ ਹੋਰ ਕੁਝ ਜ਼ਿਆਦਾ ਨਹੀਂ ਹੁੰਦਾ। ਜੇ ਅਸੀਂ ਆਪਦੇ ਫੀਲਡ 'ਚ ਐਕਸੈਲ ਕਰੀ ਜਾਈਏ ਤਾਂ ਵਧੀਆ ਹੁੰਦਾ। ਤਾਂ ਮੈਨੂੰ ਵੀ ਉਹ ਲੱਗਿਆ ਵੀ ਇਹ ਨਵੀਂ ਚੀਜ਼ ਹੈ, ਇਹਨੂੰ ਸਿੱਖਣਾ ਚਾਹੀਦਾ, ਕਿਉਂਕਿ ਹਜੇ ਕੈਰੀਅਰ ਬਹੁਤ ਲੰਬਾ ਹੈ। ਤਾਂ ਇਸ ਕਰਕੇ ਕੋਈ ਇਸ ਤਰ੍ਹਾਂ ਦੀ ਕਦੇ ਫੀਲਿੰਗ ਆਈ ਨਹੀਂ ਵੀ ਫ੍ਰੀ ਬੈਠਣਾ। ਬਟ ਇਹ ਹੈ ਵੀ ਹੁਣ ਜੇ ਕਰ ਰਹੇ ਹਾਂ ਤਾਂ ਕੁਝ ਬਹੁਤ ਕੁਝ ਸਿੱਖ ਰਹੇ ਹਾਂ। ਕੀ ਮੁਸ਼ਕਲਾਂ ਕੀ ਆਈਆਂ ਜਦੋਂ ਤੁਸੀਂ ਜ਼ੂਮ ਐਪ ਸਟਾਰਟ ਕੀਤਾ ਸੀ, ਤੇ ਕੀ ਮੁਸ਼ਕਲਾਂ ਤੁਹਾਨੂੰ ਇਸ ਚੀਜ਼ ਦੇ ਵਿੱਚ? ਸਭ ਤੋਂ ਵੱਡੀ ਮੁਸ਼ਕਲ ਸਾਈਬਰ ਸਿਕਿਉਰਿਟੀ ਦੀ ਹੈ। ਜਦੋਂ ਤੁਸੀਂ ਆਪਦੇ ਨਾਲ 1500 ਬੱਚਾ ਲੈ ਕੇ ਚੱਲਦੇ ਹੋ ਤਾਂ ਹਰ ਇੱਕ ਬੱਚੇ ਨੂੰ ਮਤਲਬ ਇੰਟਰਨੈਟ ਵਰਲਡ ਦੇ ਵਿੱਚ ਸੇਫ ਰੱਖਣਾ ਫਿਰ ਤੁਹਾਡੀ ਜ਼ਿੰਮੇਵਾਰੀ ਬਣ ਜਾਂਦੀ ਹੈ। ਮੇਰੇ ਕੋਲੇ ਫ੍ਰੀ ਐਪਸ ਦੇ ਵੀ ਆਪਸ਼ਨ ਆਏ, ਪਰ ਮੈਂ ਉਹ ਫ੍ਰੀ ਐਪਸ ਇਸ ਕਰਕੇ ਨਹੀਂ ਲੈ ਸਕਿਆ ਕਿ ਕੱਲ੍ਹ ਨੂੰ ਕਿਸੇ ਬੱਚੇ ਨਾਲ, ਹਾਲਾਂਕਿ ਇਸ ਦੇ ਵਿੱਚ ਇਸ ਤਰ੍ਹਾਂ ਦਾ ਕੁਝ ਨਹੀਂ ਕਿਉਂਕਿ ਇਹ ਸਟੱਡੀ ਇਸ਼ੂ ਹੈ, ਪਰ ਫਿਰ ਵੀ ਮੈਂ ਇੱਕ ਪੇਡ ਵਰਜ਼ਨ 'ਤੇ ਗਿਆ ਤਾਂ ਕਿ ਬੱਚਿਆਂ ਨੂੰ ਥੋੜ੍ਹਾ ਜਿਹਾ ਸੇਫ ਰੱਖਿਆ ਜਾਵੇ। ਹਾਂ, ਜਿੱਥੋਂ ਤੱਕ ਇਹਦੇ ਵਿੱਚ ਦਿੱਕਤਾਂ ਆਉਣ ਦੀ ਸਵਾਲ ਹੈ, ਸਭ ਤੋਂ ਵੱਡੀ ਪ੍ਰੋਬਲਮ ਇੰਡੀਆ ਦੇ ਵਿੱਚ ਨੈੱਟ ਦੀ ਹੈ, ਨੈੱਟ ਸਪੀਡ। ਕਿਉਂਕਿ ਕਿਸੇ ਵੀ ਆਨਲਾਈਨ ਕਲਾਸ ਦੇ ਵਿੱਚ ਤੁਸੀਂ ਨਾਮ ਸੇਖ ਤਾਂ ਲੈ ਸਕਦੇ ਹੋ ਕਲਾਸ, ਪਰ ਉਹਨੂੰ ਸਮੂਥਲੀ ਕੰਡਕਟ ਕਰਨਾ, ਉਹਦੇ ਲਈ ਤੁਹਾਨੂੰ ਇੱਕ ਬਹੁਤ ਵਧੀਆ ਨੈੱਟ ਦੀ ਸਪੀਡ ਤੇ ਇੱਕ ਤੁਹਾਡੇ ਕੋਲੇ ਬਹੁਤ ਵਧੀਆ ਡਿਵਾਈਸ ਦਾ ਹੋਣਾ ਬਹੁਤ ਜ਼ਰੂਰੀ ਹੈ। ਜਿਹੜਾ ਸਭ ਤੋਂ ਵੱਡਾ ਇਸ਼ੂ ਹੁਣ ਵੀ ਆਉਂਦਾ ਕਈ ਬੱਚਿਆਂ ਦੇ ਨਾਲ, ਕਈ ਬੱਚੇ ਕਹਿੰਦੇ ਵੀ ਸਰ ਸਾਡਾ ਅਟੈਚ ਨਹੀਂ ਹੋਇਆ, ਤਾਂ ਉਹ ਸਿਰਫ ਨੈੱਟ ਦਾ ਹੀ ਇਸ਼ੂ ਹੈ, ਹੋਰ ਇਹਦੇ ਵਿੱਚ ਇਸ ਤਰ੍ਹਾਂ ਦਾ ਕੋਈ ਚੈਲੰਜ ਨਹੀਂ ਹੈਗਾ। ਤੇ ਤੁਹਾਡੀ ਫੈਮਿਲੀ ਦੇ ਵਿੱਚ ਕੋਈ ਗੱਲਬਾਤ ਹੋਈ ਸੀ ਵੀ ਇਸ ਤਰੀਕੇ ਨਾਲ ਮੈਂ ਇਹ ਐਪ ਸ਼ੁਰੂ ਕਰਨ ਲੱਗਿਆ, ਫੈਮਿਲੀ ਨੇ ਕੀ ਕਿਹਾ ਉਸ ਤੋਂ? ਬਿਲਕੁਲ ਜੀ, ਮੇਰੀ ਵਾਈਫ ਵੀ ਟੀਚਰ ਹੈ, ਮੇਰੇ ਨਾਲ ਹੀ ਟੀਚਰ ਹੈ, ਉਹ ਵੀ ਆਪਣੇ ਸਕੂਲ ਦੀਆਂ ਕਲਾਸਿਸ ਲੈਂਦੇ ਆ। ਜਦੋਂ ਸ਼ੁਰੂ ਕੀਤਾ ਸਾਰੇ ਬੜੇ ਐਕਸਾਈਟਡ ਸੀ ਕਿਉਂਕਿ ਅਸੀਂ ਸਾਰੇ ਹੀ ਸਟੂਡੈਂਟ ਹੈ ਇੱਕ ਤਰ੍ਹਾਂ ਨਾਲ, ਤਾਂ ਉਹਨਾਂ ਨੇ ਵੀ ਪੂਰਾ ਸਪੋਰਟ ਕੀਤਾ। ਈਵਨ ਹੁਣ ਵੀ ਜਦੋਂ ਅਸੀਂ ਕੋਈ ਟੈਕਨੀਕਲ ਜਾਂ ਕੋਈ ਵੀਡੀਓ ਬਣਾਉਂਦੇ ਆ ਤਾਂ ਸਾਰੀ ਫੈਮਿਲੀ ਮੇਰੀ ਹੈਲਪ ਕਰਦੀ ਹੈ ਇਸ ਦੇ ਵਿੱਚ। ਜਿੰਨਾ ਵੀ ਇਹ ਜਿਹੜਾ ਚਾਹੇ ਇਹ ਪ੍ਰੋਜੈਕਟ ਹੈਗਾ ਜਾਂ ਜਿੰਨਾ ਐਪਸ ਤੇ ਖਰਚਾ ਹੋ ਰਿਹਾ, ਇਹ ਸਾਰਾ ਆਪਣੇ ਵੱਲੋਂ ਹੀ ਕਰ ਰਹੇ ਤੁਸੀਂ? ਬਿਲਕੁਲ ਜੀ, ਇਹ ਆਪਣੇ ਕੰਨੋਂ ਚੱਲ ਰਿਹਾ ਜੀ, ਤੇ ਕੋਸ਼ਿਸ਼ ਕਰਾਂਗੇ ਵੀ ਜਦੋਂ ਤੱਕ ਵੀ ਇਹ ਲਾਕਡਾਊਨ ਹੈ ਜਾਂ ਸਕੂਲ ਨਹੀਂ ਓਪਨ ਹੁੰਦੇ ਉਦੋਂ ਤੱਕ ਇਹ ਇਸ ਤਰ੍ਹਾਂ ਹੀ ਚੱਲਦਾ ਰਹੂਗਾ। ਤੁਹਾਨੂੰ ਲੱਗਦਾ ਹੈ ਕਿ ਸਰਕਾਰਾਂ ਨੂੰ ਵੀ ਕੋਈ ਨਾ ਕੁਝ ਕਰਨਾ ਚਾਹੀਦਾ, ਕਿਉਂਕਿ ਇਹ ਜ਼ੂਮ ਐਪ ਜਿਵੇਂ ਹੁਣ ਪ੍ਰਾਈਵੇਟ ਸਕੂਲ ਜਿਹੜੇ ਹੈਗੇ ਆ ਉਹ ਪ੍ਰੈਸ਼ਰ ਪਾ ਰਹੇ ਕਿ ਆਨਲਾਈਨ ਕਲਾਸਿਸ ਸਾਨੂੰ ਫੀਸ ਭਰੋ, ਜੇਕਰ ਸਰਕਾਰ ਕੁਝ ਇਸ ਤਰੀਕੇ ਨਾਲ ਮੁਹੱਈਆ ਕਰਾ ਦੇ ਤਾਂ ਸੌਖਾ ਹੋ ਸਕਦਾ ਕੰਮ? ਹਾਂ, ਸਰਕਾਰਾਂ ਨੇ ਇੱਕ ਪਿੱਛੇ ਜੇ ਨਿਊਜ਼ ਸੁਣੀ ਸੀ ਕਿ ਕੁਝ ਡੈਡੀਕੇਟਡ ਚੈਨਲ ਚਲਾ ਰਹੇ ਆ ਇਹਨਾਂ ਦੇ ਲਈ ਜਿਹਦੇ ਤੇ ਕਲਾਸਿਸ ਚੱਲ ਰਹੀਆਂ। ਕੁਝ ਟੀਵੀ ਚੈਨਲ ਨੇ ਕੋਸ਼ਿਸ਼ ਵੀ ਕੀਤੀ ਹੈ, ਪਰ ਉਹਦੇ ਵਿੱਚ ਇੱਕ ਜਿਹੜਾ ਡਰਾਬੈਕ ਰਹਿੰਦਾ, ਜਿਵੇਂ ਮੈਂ ਲਾਈਵ ਕਲਾਸ ਲੈਣਾ ਤਾਂ ਮੇਰੇ ਨਾਲ ਬੱਚੇ ਲਾਈਵ ਵੀ ਮੈਥੋਂ ਸਵਾਲ ਪੁੱਛਦੇ ਆ, ਪਰ ਜਦੋਂ ਅਸੀਂ ਇੱਕ ਰਿਕਾਰਡਿੰਗ ਵਰਜ਼ਨ ਦੇ ਵਿੱਚ ਜਾਂਦੇ ਆ ਤਾਂ ਉਹਦੇ ਵਿੱਚ ਵਨ ਵੇ ਹੋ ਜਾਂਦਾ ਕਿ ਬੱਚੇ ਸਿਰਫ ਤੁਹਾਨੂੰ ਸੁਣ ਸਕਦੇ ਆ। ਜੇ ਕੋਈ ਇਹੋ ਜਿਹਾ ਪ੍ਰਬੰਧ ਹੋ ਜੇ ਵੀ ਲਾਈਵ ਕਲਾਸ ਚੱਲੇ, ਬੱਚੇ ਵੀ ਆਪਣੇ ਕੁਐਸਚਨ ਦੇ ਸਕਣ, ਤਾਂ ਮੇਰੇ ਖਿਆਲ 'ਚ ਉਹ ਵਧੀਆ ਹੋਊਗਾ। ਤੁਹਾਡੇ ਮਨ 'ਚ ਨਹੀਂ ਕਦੇ ਵਿਚਾਰ ਆਇਆ ਕਿ ਆਪਾਂ ਇੰਨਾ ਟਾਈਮ ਵੇਸਟ ਕਰ ਰਹੇ ਹਾਂ, ਮਤਲਬ ਮਿਹਨਤ ਕਰ ਰਹੇ, ਤੁਸੀਂ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ, ਅਪ੍ਰੈਲ ਤੋਂ ਲੱਗੇ ਹੋ ਸਟਾਰਟਿੰਗ ਲਾਕਡਾਊਨ ਤੋਂ, ਤਾਂ ਇਹਦੀ ਵੀ ਕੋਈ ਨਾ ਪੈਸੇ ਲਿੱਤੇ ਜਾਣ, ਫੀਸ ਲਿੱਤੀ ਜਾਵੇ ਕੋਈ? ਨਹੀਂ, ਇਸ ਤਰ੍ਹਾਂ ਦਾ ਵਿਚਾਰ ਤਾਂ ਨਹੀਂ ਆਇਆ। ਕਦੇ ਕਦੇ ਲੱਗਦਾ ਸੀਗਾ, ਦੋਸਤ ਮਿੱਤਰ ਵੀ ਕਹਿੰਦੇ ਸੀ ਵੀ ਬਹੁਤ ਬੱਚੇ ਹੋ ਗਏ, ਹੁਣ ਥੋੜ੍ਹਾ ਜਿਹਾ ਕਮਰਸ਼ੀਅਲ 'ਤੇ ਵੀ ਹੋ ਜਾ, ਪਰ ਇਸ ਤਰ੍ਹਾਂ ਦੀ ਕਦੇ ਗੱਲ ਆਈ ਨਹੀਂ, ਕਿਉਂਕਿ ਜਿਹੜੇ ਸੰਕਟ ਦੇ ਵਿੱਚ ਅਸੀਂ ਸ਼ੁਰੂ ਕੀਤਾ ਸੀਗਾ ਤੇ ਬੱਚਿਆਂ ਦਾ ਰਿਸਪੌਂਸ ਆ ਰਿਹਾ ਸੀ, ਬੱਚਿਆਂ ਦੀਆਂ ਦੁਆਵਾਂ ਆ ਰਹੀਆਂ ਸੀਗੀਆਂ, ਉਸ ਨੂੰ ਸੋਚ ਕੇ ਕਦੇ ਲੱਗਿਆ ਨਹੀਂ ਵੀ ਪੈਸੇ ਲੈ ਲਈਏ। ਹੁਣ ਇਹ ਲੱਗਦਾ ਵੀ ਠੀਕ ਹੈ, ਸੇਵਾ ਹੈ, ਬੱਚੇ ਦੂਰੋਂ ਦੂਰੋਂ ਬੈਠੇ, ਛੱਤੀਸਗੜ੍ਹ ਤੋਂ ਬੱਚੇ ਬੈਠੇ, ਸਰ ਕਹਿ ਰਹੇ ਤੁਹਾਨੂੰ ਵਧੀਆ ਕਲਾਸ ਲੱਗ ਰਹੀ ਹੈ ਸਾਨੂੰ, ਤਾਂ ਉਹ ਇੱਕ ਤਰ੍ਹਾਂ ਰਿਵਾਰਡ ਹੀ ਆ ਰਿਹਾ ਹੈਗਾ। ਬਠਿੰਡਾ ਦੇ ਹੋ ਤੁਸੀਂ, ਸਰਕਾਰੀ ਟੀਚਰ ਹੋ, ਤੇ ਜਦੋਂ ਇਹ ਚੀਜ਼ ਸਾਰੀ ਸਕਸੈਸ ਹੋਈ ਹੈ, ਹੁਣ ਸਕਸੈਸ ਅਸੀਂ ਤਾਂ ਕਹਾਂਗੇ ਸਫਲ ਰਹੇ ਹੋ ਤੁਸੀਂ, ਕਿੰਨੀ ਖੁਸ਼ੀ ਮਹਿਸੂਸ ਹੋ ਰਹੀ ਹੈ ਸੇਵਾ ਕਰਕੇ, ਕਿਉਂਕਿ ਸਾਰਾ ਖਰਚ ਤੁਸੀਂ ਖੁਦ ਕਰ ਰਹੇ ਹੋ ਆਪਣੇ? ਨਹੀਂ, ਬਹੁਤ ਮਤਲਬ ਤੁਸੀਂ ਇਹ ਰੱਖੋ, ਮਾਣ ਜਿਹਾ ਮਹਿਸੂਸ ਹੁੰਦਾ ਆਪਣੇ ਆਪ ਤੇ ਜਾਂ ਆਪਣੇ ਦੋਸਤਾਂ ਮਿੱਤਰਾਂ ਤੇ ਜਿਨ੍ਹਾਂ ਨੇ ਸਾਡੀ ਹੈਲਪ ਕੀਤੀ। ਬਾਕੀ ਮੈਂ ਇੱਕ ਗੱਲ ਹੋਰ ਵੀ ਐਡ ਕਰਨਾ ਚਾਹੁੰਦਾ, ਇਸ ਚੀਜ਼ ਤੋਂ ਇਨਸਪਾਇਰ ਹੋ ਕੇ ਮੇਰੇ ਬਹੁਤ ਸਾਰੇ ਸਰਕਾਰੀ ਤੇ ਪ੍ਰਾਈਵੇਟ ਅਧਿਆਪਕ, ਲਗਭਗ 25 ਅਧਿਆਪਕ ਮੈਥੋਂ ਇਹ ਸਿਸਟਮ ਸਿੱਖ ਕੇ ਵੀ ਗਏ ਤੇ ਉਹ ਇਹਨੂੰ ਸਕਸੈਸਫੁਲੀ ਚਲਾ ਵੀ ਰਹੇ ਆਪਦੇ ਸਕੂਲਾਂ ਵਿੱਚ। ਹਾਲਾਂਕਿ ਉਹਨਾਂ ਕੋਲ ਸਟਰੈਂਥ ਬੱਚਿਆਂ ਦੀ ਇੰਨੀ ਨਹੀਂ, ਪਰ ਉਹ ਚਲਾ ਰਹੇ ਆ ਇਸ ਨੂੰ, ਤਾਂ ਇਹ ਵੀ ਇੱਕ ਤਰ੍ਹਾਂ ਨਾਲ ਵਧੀਆ ਲੱਗਦਾ ਵੀ ਕੋਈ ਆਪਣੇ ਤੋਂ ਸਿੱਖ ਕੇ ਅੱਗੇ ਉਸ ਪ੍ਰੋਜੈਕਟ ਨੂੰ ਲੈ ਕੇ ਜਾ ਰਿਹਾ ਹੈਗਾ। ਇਹ ਹੁਣ ਕਿਉਂਕਿ ਖਰਚਾ ਤੁਹਾਡਾ ਬਹੁਤ ਹੋ ਰਿਹਾ ਲਗਾਤਾਰ, ਪਹਿਲਾਂ ਵੀ, ਅੱਗੇ ਕਦੋਂ ਤੱਕ ਜਾਰੀ ਰਹੂਗਾ? ਇਹ ਮੈਥੋਂ ਬੱਚੇ ਵੀ ਬਹੁਤ ਪੁੱਛਦੇ ਵੀ ਸਰ ਕਿਤੇ ਤੁਸੀਂ ਸਾਨੂੰ ਇਸ ਤਰ੍ਹਾਂ ਤਾਂ ਨਹੀਂ ਵੀ ਕੱਲ੍ਹ ਨੂੰ ਬੰਦ ਕਰ ਦਿਓ, ਪਰਸੋਂ ਬੰਦ ਕਰ ਦਿਓ, ਪਰ ਮੈਂ ਉਹਨਾਂ ਨਾਲ ਇੱਕ ਕਮਿਟਮੈਂਟ ਕੀਤੀ ਹੈ ਵੀ ਜਦੋਂ ਤੱਕ ਸਰਕਾਰ ਸਕੂਲ ਨਹੀਂ ਓਪਨ ਕਰੂਗੀ ਉਦੋਂ ਤੱਕ ਇਹ ਸਿਸਟਮ ਇਸ ਤਰ੍ਹਾਂ ਨਾਲ ਹੀ ਚੱਲਦਾ ਰਹੂਗਾ, ਫ੍ਰੀ ਆਫ ਕਾਸਟ ਚੱਲਦਾ ਰਹੂਗਾ, ਬਿਲਕੁਲ ਫ੍ਰੀ ਆਫ ਕਾਸਟ ਚੱਲਦਾ ਰਹੂਗਾ। ਤੇ ਜਦੋਂ ਚਾਹੇ ਉਹ ਦਸੰਬਰ ਹੋ ਜੇ ਜਾਂ ਪੂਰਾ ਸੈਸ਼ਨ ਹੋ ਜੇ, ਇਹ ਕਲਾਸਾਂ ਇਸ ਤਰ੍ਹਾਂ ਨਾਲ ਹੀ ਚੱਲਣਗੀਆਂ। ਅਸੀਂ ਇਸ ਤੋਂ ਇਲਾਵਾ ਇਹਦੇ ਵਿੱਚ ਇੱਕ ਸਾਇੰਸ ਨੂੰ ਐਡ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਉਹ ਮੇਰੀ ਟੀਚਰਸ ਨਾਲ ਗੱਲਬਾਤ ਚੱਲ ਰਹੀ ਹੈ, ਤਾਂ ਜਲਦੀ ਅਸੀਂ ਉਹ ਵੀ ਇਹਦੇ 'ਚ ਐਡ ਕਰਾਂਗੇ। ਇੱਕ ਆਖਰੀ ਸਵਾਲ ਹੈ, ਦੂਸਰੀ ਸਟੇਟਾਂ ਦੇ ਜਦੋਂ ਬੱਚੇ ਕਨਵਰਸੇਸ਼ਨ ਕਰਦੇ ਆ, ਗੱਲਬਾਤ ਕਰਦੇ ਆ ਤੁਹਾਡੇ ਨਾਲ,
ਜਾਂ ਕੋਈ ਲੈਕਚਰ ਤੁਹਾਡਾ ਉਹ 'ਚ ਕੋਈ ਦਿੱਕਤ ਤਾਂ ਨਹੀਂ ਆਉਂਦੀ ਉਹਨਾਂ ਨੂੰ ਕਿਸੇ? ਨਹੀਂ, ਅਸੀਂ ਮੀਡੀਅਮ ਹੀ ਇਸ ਤਰ੍ਹਾਂ ਦਾ ਰੱਖਿਆ, ਈਵਨ ਬੱਚੇ ਉਸ ਨੂੰ ਇੰਜੋਏ ਕਰਦੇ ਆ। ਜਦੋਂ ਕੋਈ ਕਸ਼ਮੀਰ ਤੋਂ ਬੱਚਾ ਆਪਦੀ ਲੈਂਗੁਏਜ ਵਿੱਚ, ਚਾਹੇ ਉਹ ਹਿੰਦੀ ਬੋਲਦਾ ਹੋਵੇ, ਜਦੋਂ ਆਪਦੀ ਲੈਂਗੁਏਜ ਦੇ ਵਿੱਚ ਬੋਲਦਾ ਹੈ, ਤਾਂ ਸਾਰੇ ਬੱਚਿਆਂ ਨੂੰ, ਕਈ ਵਾਰ ਤਾਂ ਮੈਨੂੰ ਮੀਨਿੰਗ ਪਤਾ ਹੁੰਦਾ, ਮੈਂ ਵੀ ਦੱਸ ਦਿੰਦਾ ਉਹਨਾਂ ਨੂੰ, ਨਹੀਂ ਅਸੀਂ ਉਸ ਬੱਚੇ ਤੋਂ ਹੀ ਪੁੱਛਦੇ ਹਾਂ। ਤੇ ਇੱਕ ਬੱਚਿਆਂ ਨੂੰ ਆਪਦੇ ਏਰੀਏ 'ਚ ਰਹਿ ਕੇ ਪੂਰੇ ਇੰਡੀਆ ਦੀ ਫੀਲਿੰਗ ਆਉਂਦੀ ਹੈ ਇਸ ਕਲਾਸਰੂਮ ਦੇ ਵਿੱਚ। ਹਾਂ, ਕਈ ਵਾਰ ਲੈਂਗੁਏਜ ਬਾਹਰ ਹੋ ਜਾਂਦੀ ਹੈ ਕਿਉਂਕਿ ਉਹ ਆਪਦੀ ਰੀਜਨਲ ਲੈਂਗੁਏਜ ਦੇ ਵਿੱਚ ਬੋਲਦੇ ਆ, ਪਰ ਉਹ ਹੌਲੀ ਹੌਲੀ ਸੌਟ ਆਊਟ ਹੋ ਜਾਂਦਾ ਹੈ। ਜੀ ਬਿਲਕੁਲ, ਇਹ ਸਨ ਲੈਕਚਰਾਰ ਜਿਹੜੇ ਸੰਜੀਵ ਕੁਮਾਰ ਨੇ, ਬਠਿੰਡਾ ਦੇ ਨੇ। ਇਹਨਾਂ ਵੱਲੋਂ ਆਨਲਾਈਨ ਕਲਾਸਿਸ ਜਿਹੜੀ ਮੈਥ ਦੀ ਸ਼ੁਰੂ ਕੀਤੀ ਗਈ ਹੈ। ਲੋਕਡਾਊਨ ਦੇ ਪਹਿਲੇ ਦਿਨ ਤੋਂ ਇਹਨਾਂ ਨੇ ਸੋਚਿਆ ਸੀ ਵੀ ਕੁਛ ਨਾ ਕੁਛ ਕਰਨਾ ਹੈ, ਤਾਂ ਸਰਕਾਰੀ ਟੀਚਰ ਹੋਣ ਦੇ ਨਾਲ ਆਪਣਾ ਜਿਹੜਾ ਇੱਕ ਸੇਵਾ ਨਿਭਾ ਰਹੇ ਨੇ, ਚੰਗਾ ਕੰਮ ਕਰ ਰਹੇ, ਆਪਣੇ ਪੱਲੋਂ ਸਾਰਾ ਖਰਚ ਕਰ ਰਹੇ ਨੇ। ਜਿੱਥੇ ਪ੍ਰਾਈਵੇਟ ਸਕੂਲ ਮਾਪਿਆਂ ਤੋਂ ਫੀਸਾਂ ਮੰਗ ਰਹੇ ਆਨਲਾਈਨ ਕਲਾਸਿਸ ਦੀ, ਉੱਥੇ ਹੀ ਇਹ ਸਰਕਾਰੀ ਟੀਚਰ ਨੇ ਇੱਕ ਮਿਸਾਲ ਕਾਇਮ ਕੀਤੀ ਹੈ ਕਿ ਤੁਸੀਂ ਜੇ ਤੁਹਾਡੇ ਅੰਦਰ ਜਜ਼ਬਾ ਹੈਗਾ ਤਾਂ ਕੋਈ ਵੀ ਕੰਮ ਜਿਹੜਾ ਤੁਸੀਂ ਕਰ ਸਕਦੇ ਹੋ, ਹਰ ਚੀਜ਼ ਦੇ ਵਿੱਚ ਸਫਲਤਾ ਹੈਗੀ। ਤਾਂ ਇਹਨਾਂ ਨੇ ਕਹਿਣਾ ਕਿ 50 ਬੱਚਿਆਂ ਤੋਂ ਇੱਕ ਗਰੁੱਪ ਤੋਂ ਸ਼ੁਰੂ ਕੀਤਾ ਸੀ ਆਨਲਾਈਨ ਕਲਾਸ ਦਾ ਕੰਮ, ਜਿਹੜਾ ਕਿ 1800 ਬੱਚੇ ਹੋ ਚੁੱਕਿਆ, ਤੇ ਹੋਰ ਵੀ ਅੱਗੇ ਬੱਚੇ ਇਹਨਾਂ ਨਾਲ ਲਗਾਤਾਰ ਜੁੜ ਰਹੇ ਆ। ਤਾਂ ਸੰਜੀਵ ਜੀ ਦੇ ਕੰਮ ਨੂੰ ਅਸੀਂ ਵੀ ਸਲਾਮ ਕਰਦੇ ਹਾਂ, ਬਹੁਤ ਅੱਛਾ ਕੰਮ ਕਰ ਰਹੇ ਨੇ, ਆਨਲਾਈਨ ਕਲਾਸਿਸ ਜਿਹੜੀ ਫ੍ਰੀ ਦੇ ਰਹੇ ਨੇ। ਤਾਂ ਇਸ ਤਰੀਕੇ ਨਾਲ ਹੋਰ ਵੀ ਟੀਚਰਾਂ ਨੂੰ ਚਾਹੀਦਾ ਕਿ ਜੇ ਉਹਨਾਂ ਕੋਲ ਟਾਈਮ ਹੈਗਾ ਜਾਂ ਪੈਸਾ ਹੈਗਾ ਤਾਂ ਜ਼ਰੂਰ ਇਸ ਤਰੀਕੇ ਦੇ ਉਪਰਾਲੇ ਕਰਨ ਤਾਂ ਕਿ ਬੱਚਿਆਂ ਨੂੰ ਆਨਲਾਈਨ ਕਲਾਸਿਸ ਜਿਹੜੀ ਹੈ ਫ੍ਰੀ ਮਿਲ ਸਕਣ। ਕੈਮਰਾਮੈਨ ਸ਼ਪਿੰਦਰ ਦੇ ਨਾਲ ਅਮਿਤ ਸ਼ਰਮਾ, ਡੇਲੀ ਪੋਸਟ ਪੰਜਾਬੀ, ਬਠਿੰਡਾ।